जी आए नूं प्यारे विद्यार्थियों सीनियर सैकेंडरी क्लासिस दी इंग्लिश की किताब इंग्लिश ग्रामर एंड कंपोजिशन उसका जो चैप्टर नंबर 19 है अनसीन कॉम्प्रीहेंशन उस नाल जुड़िया होया रिवीजन मटीरियल टर्म 1 द पैराग्राफ नंबर 6 सिरलेख है रीडिंग कॉम्प्रीहेंशन इस वीडियो विच करन जा रहे हाँ। सो तुसी सारे नोटबुक अते पेन ले लो ते ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਤੁਸੀਂ ਨੋਟ ਕਰ ਲੈਣੇ ਨੇ, ਕੰਠ ਕਰਨੇ ਨੇ। ਸਾਰੇ ਪੈਰਾਗ੍ਰਾਫ ਦੀ ਰੀਡਿੰਗ ਨੂੰ ਤੇ ਉਹਦੇ ਤਰਜਮੇ ਨੂੰ, ਅਨੁਵਾਦ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਤਾਂ ਕਿ ਬਾਅਦ ਚੋਂ ਤੁਸੀਂ ਬੜੇ ਸੁਖੈਨ ਢੰਗ ਦੇ ਨਾਲ ਸਵਾਲਾਂ ਦੇ ਜਵਾਬ ਦੇਣ ਜੋਗੇ ਹੋ ਜਾਓਗੇ। ਸੋ ਸ਼ੁਰੂ ਕਰੀਏ। ਸੋ ਪੈਰਾਗ੍ਰਾਫ ਸ਼ੁਰੂ ਹੁੰਦਾ ਪਲਾਸਟਿਕਸ ਫਾਰਮ ਐਨ ਇੰਪੋਰਟੈਂਟ ਕਲਾਸ ਆਫ ਸਿੰਥੈਟਿਕਸ। ਸਿੰਥੈਟਿਕ ਦਾ ਮਤਲਬ ਹੁੰਦਾ ਬਣਾਉਟੀ ਤੇ ਸਿੰਥੈਟਿਕਸ ਬਹੁਵਚਨ ਵਿੱਚ ਆ ਗਿਆ ਤੇ ਮਤਲਬ ਬਣਾਉਟੀ ਚੀਜ਼ਾਂ, ਬਣਾਉਟੀ ਪਦਾਰਥ, ਆਰਟੀਫਿਸ਼ੀਅਲ। ਕਹਿੰਦੇ ਜਿਹੜੇ ਪਲਾਸਟਿਕਸ ਨੇ ਇਹ ਬਣਾਉਟੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਜੋ ਕਲਾਸ ਹੈ, ਉਹਨਾਂ ਦਾ ਗਰੁੱਪ ਹੈ, ਉਹਨਾਂ ਦਾ ਇੱਕ ਇੰਪੋਰਟੈਂਟ ਹਿੱਸਾ ਹੈ। ਪਲਾਸਟਿਕਸ ਫਾਰਮਸ ਐਨ ਇੰਪੋਰਟੈਂਟ ਕਲਾਸ ਆਫ ਸਿੰਥੈਟਿਕਸ, ਅਰਥਾਤ ਪਲਾਸਟਿਕ ਜਿਹੜੇ ਨੇ ਇੱਕ ਬੜੇ ਮਹੱਤਵਪੂਰਨ ਬਣਾਉਟੀ ਜਿਹੜੀ ਗਰੁੱਪ ਹੈ ਉਹਨੂੰ ਫਾਰਮ ਕਰਦੇ ਨੇ। ਠੀਕ ਹੈ। ਪਲਾਸਟਿਕਸ ਆਰ ਆਲਸੋ ਪੋਲੀਮਰਸ। ਪੋਲੀਮਰ ਬੱਚਿਓ ਇੱਕ ਤਕਨੀਕੀ ਸ਼ਬਦਾਵਲੀ ਹੈ, ਤੁਸੀਂ 10ਵੀਂ ਕਲਾਸ ਦੀ ਵਿਗਿਆਨ ਦੀ ਕਿਤਾਬ 'ਚ ਪੜ੍ਹਿਆ ਹੋਣਾ। ਪੋਲੀਮਰ ਇੱਕ ਤੋਂ ਵੱਧ ਇੱਕ ਤੋਂ ਵੱਧ ਮੋਲੀਕੂਲਸ ਜੁੜ ਕੇ ਜਦੋਂ ਇੱਕ ਵੱਡਾ ਮੋਲੀਕੂਲ ਬਣਾਉਂਦੇ ਨੇ ਤੇ ਚੇਨ ਦੀ ਤਰ੍ਹਾਂ ਜਿਹੜੇ ਉਹ ਜੁੜਦੇ ਨੇ ਤੇ ਉਸ ਚੀਜ਼ ਨੂੰ ਪੋਲੀਮਰ ਕਿਹਾ ਜਾਂਦਾ ਹੈ। ਸੋ ਪਲਾਸਟਿਕਸ ਆਰ ਆਲਸੋ ਪੋਲੀਮਰਸ। ਸਿੰਸ ਮੋਸਟ ਪਲਾਸਟਿਕਸ ਕੈਨ ਬੀ ਈਜ਼ੀਲੀ ਮੋਲਡਡ। ਮੋਲਡ ਦਾ ਮਤਲਬ ਹੁੰਦਾ ਹੈ ਸਾਂਚੇ ਵਿੱਚ ਢਾਲਣਾ। ਕੈਨ ਬੀ ਮੋਲਡਡ, ਕੈਨ ਬੀ ਈਜ਼ੀਲੀ ਮੋਲਡਡ ਮਤਲਬ ਕਿ ਬੜੇ ਸੁਖੈਨ ਢੰਗ ਦੇ ਨਾਲ ਸਹਿਜੇ ਹੀ ਇਹਨਾਂ ਨੂੰ ਢਾਲਿਆ ਜਾ ਸਕਦਾ ਹੈ। ਇਨਟੂ ਐਨੀ ਸ਼ੇਪ, ਕਿਸੇ ਵੀ ਆਕਾਰ ਦੇ ਵਿੱਚ, ਆਫਟਰ ਹੀਟਿੰਗ। ਜਿਵੇਂ ਲੋਹੇ ਨੂੰ ਪਿਘਾਲ ਕੇ ਸਾਂਚੇ 'ਚ ਪਾ ਕੇ ਢਾਲਿਆ ਜਾਂਦਾ ਹੈ, ਇਸੇ ਤਰ੍ਹਾਂ ਪਲਾਸਟਿਕ ਨੂੰ ਹੀਟ ਕਰਕੇ ਪਿਘਾਲ ਕੇ ਕੋਈ ਵੀ ਸ਼ੇਪ, ਕੋਈ ਵੀ ਆਕਾਰ ਬਣਾਉਣਾ ਬੜਾ ਸੌਖਾ ਹੈ। ਦੇ ਆਰ ਯੂਜ਼ਡ ਇਸ ਕਰਕੇ ਕਿਉਂਕਿ ਇਹ ਗਰਮ ਕਰਕੇ ਕਿਸੇ ਵੀ ਆਕਾਰ ਵਿੱਚ ਢਾਲੇ ਜਾ ਸਕਦੇ ਨੇ। ਦੇ ਆਰ ਯੂਜ਼ਡ ਹੈ ਵਰਤੇ ਜਾਂਦੇ ਨੇ ਫॉर ਮੇਕਿੰਗ ਅ ਵੈਰਾਈਟੀ ਆਫ ਆਬਜੈਕਟਸ ਆਫ ਡਿਫਰੈਂਟ ਸ਼ੇਪਸ ਐਂਡ ਸਾਈਜ਼ਸ। ਇਸੇ ਕਰਕੇ ਇਹ ਭਾਂਤ ਦੇ ਆਬਜੈਕਟ ਨੇ ਵਸਤੂਆਂ ਬਣਾਉਣ ਲਈ ਆਫ ਡਿਫਰੈਂਟ ਸ਼ੇਪਸ, ਵੱਖ-ਵੱਖ ਆਕਾਰਾਂ ਦੇ ਅਤੇ ਵੱਖ-ਵੱਖ ਨਾਪਾਂ ਦੇ, ਛੋਟੇ, ਵੱਡੇ, ਦਰਮਿਆਨੇ, ਕਈ ਤਰ੍ਹਾਂ ਦੀ ਚੀਜ਼ਾਂ ਬਣਾਉਣ ਲਈ ਪਲਾਸਟਿਕ ਵਰਤਿਆ ਜਾਂਦਾ ਹੈ। ਅਸੀਂ ਆਲੇ ਦੁਆਲੇ ਆਪਣੇ ਘਰਾਂ 'ਚ ਹੀ ਦੇਖਦੇ ਹਾਂ ਪਲਾਸਟਿਕ ਦਾ ਕਿੰਨਾ ਸਮਾਨ ਹੈ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ। ਪਲਾਸਟਿਕ ਦੇ ਬੋਲਟ ਵੀ ਬਣਦੇ ਨੇ, ਪਲਾਸਟਿਕ ਦੇ ਨਟ ਵੀ ਬਣਦੇ ਨੇ। ਤੁਸੀਂ ਕੋਈ ਬਿਜਲੀ ਦਾ ਯੰਤਰ ਖੋਲ੍ਹ ਕੇ ਦੇਖੋ, ਪਲਾਸਟਿਕ ਦੀਆਂ ਵਾਸ਼ਰਾਂ, ਪਲਾਸਟਿਕ ਦੇ ਨਟ, ਬੋਲਟ, ਕਲਿੱਪ ਤੇ ਫਿਰ ਜਿਹੜੀ ਬਾਹਰ ਸਾਹਮਣੇ ਨਜ਼ਰ ਆਉਂਦੀ ਪਲਾਸਟਿਕ ਦੇ ਖਿਡੌਣੇ, ਪਲਾਸਟਿਕ ਦਾ ਮੱਗ, ਬਾਲਟੀ, ਭਾਂਡੇ, ਬੜਾ ਚੀਜ਼ਾਂ ਹੈਗੀਆਂ। ਸੋ ਕਹਿੰਦੇ ਪਲਾਸਟਿਕਸ ਆਰ ਪੂਅਰ ਕੰਡਕਟਰਸ ਆਫ ਹੀਟ। ਪੂਅਰ ਮੈਨੇ ਕਮਜ਼ੋਰ, ਕੰਡਕਟਰ ਮੈਨੇ ਚਾਲਕ, ਹੀਟ। ਇਹ ਹੀਟ ਦੇ ਬੜੇ ਕਮਜ਼ੋਰ ਚਾਲਕ ਹਨ, ਅਰਥਾਤ ਇਹਨਾਂ ਦੇ ਰਾਹੀਂ ਜਿਹੜੀ ਗਰਮੈਸ਼ ਹੈ ਉਹ ਪ੍ਰਵਾਹਿਤ ਨਹੀਂ ਹੁੰਦੀ। ਇੱਕ ਸਿਰੇ ਤੋਂ ਮਤਲਬ ਕਿ ਮੈਂ ਜੇ ਪਲਾਸਟਿਕ ਦਾ ਕੋਈ ਡੰਡਾ ਲੈ ਲਵਾਂ, ਪਲਾਸਟਿਕ ਦੀ ਰੋਡ ਲੈ ਲਵਾਂ ਤੇ ਇੱਕ ਸਿਰੇ ਨੂੰ ਮੈਂ ਅੱਗ ਦੀ ਲਾਟ ਵਿੱਚ ਪਾ ਦੇਵਾਂ ਤੇ ਮੈਂ ਫੜੀ ਰੱਖਾਂ ਘੰਟਿਆਂ ਬੱਧੀ, ਉਹ ਜਿਹੜੀ ਇੱਕ ਸਿਰੇ ਤੋਂ ਜਿਹੜਾ ਸਿਰਾ ਅੱਗ ਦੀ ਲਾਟ ਵਿੱਚ ਹੈਗਾ ਉੱਥੋਂ ਦੀ ਗਰਮੈਸ਼ ਮੇਰੇ ਹੱਥ ਦੇ ਫੜੇ ਹੋਏ ਸਿਰੇ ਵਿੱਚ ਨਹੀਂ ਆਏਗੀ। ਅਰਥਾਤ ਪਲਾਸਟਿਕਸ ਆਰ ਪੂਅਰ ਕੰਡਕਟਰਸ ਆਫ ਹੀਟ, ਇਹ ਗਰਮੈਸ਼ ਦੇ ਬੜੇ ਕਮਜ਼ੋਰ ਚਾਲਕ ਹਨ। ਵਿਚ ਮੇਕਸ them suitable, ਜਿਹੜੀ ਚੀਜ਼ ਉਹਨਾਂ ਨੂੰ ਢੁਕਵਾਂ ਬਣਾਉਂਦੀ ਹੈ ਫॉर ਮੇਕਿੰਗ ਹੈਂਡਲਸ, ਹੈਂਡਲ ਬਣਾਉਣ ਲਈ, ਆਫ ਕੁਕਿੰਗ ਵੈਸਲਸ, ਅਰਥਾਤ ਪਕਵਾਨ ਬਣਾਉਣ ਵਾਲੇ ਭਾਂਡਿਆਂ ਦੇ ਹੈਂਡਲਾਂ ਲਈ ਇਹ ਬੜੇ ਕੰਮ ਆਉਂਦੇ ਨੇ। ਤੁਸੀਂ ਦੇਖੋ ਬੱਚੋ ਕੁੱਕਰ ਦਾ ਜਿਹੜਾ ਹੈਂਡਲ ਹੈ ਉਹਦੇ ਉੱਤੇ ਜਿਹੜਾ ਲੋਹੇ ਦਾ ਫਰੇਮ ਹੈ ਉੱਤੇ ਪਲਾਸਟਿਕ ਚੜਿਆ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਚਾਹ ਬਣਾਉਂਦੇ ਹਾਂ ਉਹਦਾ ਜੋ ਹੈਂਡਲ ਹੁੰਦਾ ਹੈ ਉਹ 'ਤੇ ਪਲਾਸਟਿਕ ਲੱਗਾ ਹੁੰਦਾ ਹੈ। ਹੁਣ ਚਾਹ ਦੀ ਪਤੀਲੀ 'ਚ ਪਾਣੀ ਉਬਲ ਰਿਹਾ ਹੁੰਦਾ ਹੈ, ਜਿਹੜੀ ਪਤੀਲੀ ਸਟੀਲ ਦੀ ਤਪਦੀ ਹੁੰਦੀ ਹੈ, ਪਰ ਅਸੀਂ ਬੜੇ ਸੌਖੇ ਢੰਗ ਦੇ ਨਾਲ ਜਿਹੜਾ ਹੈਂਡਲ ਹੈ ਪਲਾਸਟਿਕ ਦਾ ਉਹ ਫੜ ਲੈਂਦੇ ਹਾਂ। ਅਰਥਾਤ ਸਟੀਲ ਵਿੱਚੋਂ ਹੀਟ ਜਿਹੜੀ ਹੈ ਉਹ ਪਲਾਸਟਿਕ ਵਿੱਚ ਨਹੀਂ ਆਉਂਦੀ, ਅਰਥਾਤ ਇਹਦੇ ਵਿੱਚ ਗਰਮੈਸ਼ ਪ੍ਰਵਾਹਿਤ ਨਹੀਂ ਹੁੰਦੀ। ਪੂਅਰ ਕੰਡਕਟਰ ਆਫ ਹੀਟ, ਇਸ ਕਰਕੇ ਹੈਂਡਲਾਂ ਲਈ ਯੂਜ਼ ਕੀਤੇ। ਫॉर ਯੂਜ਼ ਇਨ ਰੈਫਰੀਜਰੇਟਰ, ਰੈਫਰੀਜਰੇਟਰ 'ਚ ਵੀ ਯੂਜ਼ ਕੀਤੇ ਜਾਂਦੇ ਨੇ ਇਸੇ ਕਰਕੇ, ਤਾਂ ਕਿ ਉਹ ਜਿਹੜੀ ਠੰਡ ਹੈਗੀ ਹੈ ਉਹਦੇ ਵਿੱਚ ਪ੍ਰਵਾਹਿਤ ਨਾ ਹੋਵੇ, ਉਹ 'ਚੋਂ ਬਾਹਰ ਨਾ ਜਾਵੇ, ਹੀਟ ਉਹਦੇ ਵਿੱਚ ਨਾ ਜਾਵੇ। ਰੈਫਰੀਜਰੇਟਰ ਕਿਉਂਕਿ ਉਹ 'ਚ ਠੰਡਾ ਰੱਖਣਾ ਹੁੰਦਾ, ਗਰਮੈਸ਼ ਨੂੰ ਬਾਹਰ ਕੱਢਣੀ ਹੁੰਦੀ ਹੈ ਤੇ ਗਰਮੈਸ਼ ਅੰਦਰ ਵਾਪਸ ਨਾ ਆਵੇ।
ਫॉर यूज इन ਰੈਫਰੀਜਰੇਟਰਸ ਫਰਿੱਜਾਂ ਵਿੱਚ ਐਂਡ ਫॉर ਮੇਕਿੰਗ ਕੰਟੇਨਰਸ that are used in microwave ovens। ਤੇ ਸਪੈਸ਼ਲ ਕਿਸਮ ਦੇ ਭਾਂਡੇ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ਤੇ ਉਹ ਭਾਂਡਿਆਂ ਵਿੱਚ ਅਸੀਂ ਦਾਲ ਸਬਜ਼ੀ ਪਾ ਕੇ ਮਾਈਕ੍ਰੋਵੇਵ ਦੇ ਵਿੱਚ ਹੀਟ ਕਰਦੇ ਹਾਂ। ਤੇ ਦੇਖਦੇ ਹਾਂ ਭਾਂਡਾ ਬਿਲਕੁਲ ਗਰਮ ਨਹੀਂ ਹੁੰਦਾ ਪਰ ਅੰਦਰਲੀ ਜਿਹੜੀ ਸਬਜ਼ੀ ਹੈ ਦਾਲ ਹੈ ਜੋ ਅਸੀਂ ਮਾਈਕ੍ਰੋਵੇਵ ਹੀਟ ਕਰਦੇ ਹਾਂ ਉਹ ਇੱਕਦਮ ਤਪ ਜਾਂਦੀ ਹੈ। ਸੋ ਇਹ ਪਲਾਸਟਿਕ ਦਾ ਗੁਣ ਹੈ ਕਿ ਇਹਦੇ ਵਿੱਚ ਹੀਟ ਪ੍ਰਵਾਹਿਤ ਨਹੀਂ ਹੁੰਦੀ, ਇਹ ਹੀਟ ਦੇ ਚਾਲਕ ਨਹੀਂ ਹਨ। ਅਗਲੀ ਗੱਲ, ਪਲਾਸਟਿਕਸ ਆਰ ਆਲਸੋ ਪੂਅਰ ਕੰਡਕਟਰਸ ਆਫ ਇਲੈਕਟ੍ਰਿਸਿਟੀ। ਇਹ ਜਿਹੜੇ ਪਲਾਸਟਿਕ ਨੇ ਇਹ ਬਿਜਲੀ ਦੇ ਵੀ ਬੜੇ ਕਮਜ਼ੋਰ ਚਾਲਕ ਹਨ, ਅਰਥਾਤ ਇਹਨਾਂ ਰਾਹੀਂ ਬਿਜਲੀ ਵੀ ਪ੍ਰਵਾਹਿਤ ਨਹੀਂ ਹੁੰਦੀ। ਮੈਂ ਪਲਾਸਟਿਕ ਦਾ ਡੰਡਾ ਲੈ ਲਵਾਂ, ਬਿਲਕੁਲ ਪਲਾਸਟਿਕ ਡੰਡਾ, ਤੇ ਉਹਦੇ ਨਾਲ ਜਿਹੜੀ ਬਿਜਲੀ ਤਾਂਬੇ ਦੀ ਤਾਰ ਹੈ ਮੈਨੂੰ ਜੋੜ ਦੇਵਾਂ ਤੇ ਮੇਰੇ ਹੱਥ ਨੂੰ ਕਰੰਟ ਨਹੀਂ ਲੱਗੇਗਾ। ਅਰਥਾਤ ਪਲਾਸਟਿਕ ਦੇ ਵਿੱਚੋਂ ਬਿਜਲੀ ਵੀ ਪ੍ਰਵਾਹਿਤ ਨਹੀਂ ਹੁੰਦੀ, ਜਿੱਦਾਂ ਗਰਮੈਸ਼ ਪ੍ਰਵਾਹਿਤ ਨਹੀਂ ਹੁੰਦੀ, ਊਰਜਾ ਪ੍ਰਵਾਹਿਤ ਨਹੀਂ ਹੁੰਦੀ। ਐਂਡ ਦੈਟ ਇਜ਼ ਵਾਈ, ਅਤੇ ਇਸੀ ਕਰਕੇ ਦੇ ਆਰ ਯੂਜ਼ਡ ਐਜ਼ ਕਵਰਿੰਗ ਮਟੀਰੀਅਲਸ। ਇਸੀ ਕਰਕੇ ਇਹ ਜਿਹੜੇ ਨੇ ਉਹ ਜਿੱਦਾਂ ਅੰਬਰਾ ਨਹੀਂ ਹੁੰਦਾ, ਰਜਾਈ ਤੇ ਅੰਬਰਾ ਚਾੜਿਆ ਹੁੰਦਾ, ਇਹ ਤਾਰਾਂ ਦੀ ਐਲੂਮੀਨੀਅਮ ਦੀ, ਬਿਜਲੀ ਦੀ ਤਾਰਾਂ, ਬਿਜਲੀ ਦੀ ਰੋਡਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕਵਰਿੰਗ ਦੇ ਤੌਰ ਤੇ, ਸ਼ੀਥ ਦੇ ਤੌਰ ਤੇ, ਜਿੱਦਾਂ ਜੁਰਾਬ ਅਸੀਂ ਪਾਉਂਦੇ ਹਾਂ ਪੈਰਾਂ ਦੇ ਉੱਤੇ, ਇਹ ਕਿਸਮ ਦੀ ਲੰਬੀ ਜਿਹੜੀ ਹੁੰਦੀ ਹੈ ਉੱਤੇ ਕਵਰਿੰਗ ਜਿਹੜੀ ਹੁੰਦੀ ਸ਼ੀਟ ਹੁੰਦੀ ਹੈ ਪਲਾਸਟਿਕ ਦੀ, ਉਹ ਪਈ ਹੁੰਦੀ ਹੈ। ਕਵਰਿੰਗ ਮਟੀਰੀਅਲਸ ਇਨ ਇਲੈਕਟ੍ਰੀਕਲ ਐਪਲਾਇੰਸਿਸ, ਅਰਥਾਤ ਜਿੰਨੇ ਬਿਜਲੀ ਦੇ ਯੰਤਰ ਨੇ, ਲਾਈਕ ਕਾਰਡਸ ਨੇ ਜਿਹੜੇ ਮੋਟੀਆਂ ਤਾਰਾਂ, ਐਂਡ ਵਾਇਰਿੰਗ ਬਰੀਕ ਤਾਰਾਂ ਜਿਹੜੀਆਂ ਹੁੰਦੀਆਂ ਤਾਂਬੇ ਦੀਆਂ ਬਿਜਲੀ ਦੀਆਂ ਜਿਨ੍ਹਾਂ ਰਾਹੀਂ ਬਿਜਲੀ ਜਾਂਦੀ ਹੈ, ਉਹਨਾਂ ਨੂੰ ਕਵਰ ਕਰਨ ਲਈ ਪਲਾਸਟਿਕ ਵਰਤਿਆ ਜਾਂਦਾ ਹੈ ਤਾਂ ਕਿ ਸ਼ਾਰਟ ਸਰਕਟ ਨਾ ਹੋਵੇ ਤੇ ਕਿਸੇ ਨੂੰ ਕਰੰਟ ਨਾ ਲੱਗੇ। ਪਲਾਸਟਿਕਸ ਆਰ ਇਨਸੋਲਿਊਬਲ ਇਨ ਵਾਟਰ, ਅਰਥਾਤ ਜਿਹੜੇ ਪਲਾਸਟਿਕ ਨੇ ਇਹ ਪਾਣੀ ਵਿੱਚ ਘੁਲਦੇ ਨਹੀਂ। ਇਨਸੋਲਿਊਬਲ ਦਾ ਮਤਲਬ ਹੁੰਦਾ ਘੁਲਣਸ਼ੀਲ। ਜਿੱਦਾਂ ਤੁਸੀਂ ਪੁੱਛੋਗੇ ਸੋਲਿਊਬਲ ਦਾ ਮਤਲਬ ਕੀ ਹੋਇਆ, ਜਿੱਦਾਂ ਬੱਚੇ ਮੈਂ ਖੰਡ ਜਿਹੜੀ ਹੈ ਪਾਣੀ 'ਚ ਪਾਈ ਉਹ ਘੁਲ ਗਈ ਤੇ ਅਸੀਂ ਕਹਿੰਦੇ ਹਾਂ ਸ਼ੂਗਰ ਇਜ਼ ਸੋਲਿਊਬਲ ਇਨ ਵਾਟਰ। ਮੈਂ ਲੂਣ ਪਾਣੀ ਵਿੱਚ ਪਾਇਆ ਤੇ ਲੂਣ ਵੀ ਘੁਲ ਜਾਂਦਾ ਹੈ ਤੇ ਮੈਂ ਕਹਾਂਗਾ ਸੌਲਟ ਇਜ਼ ਸੋਲਿਊਬਲ ਇਨ ਵਾਟਰ। ਤੇ ਇਨਸੋਲਿਊਬਲ ਕਿਹੜਾ ਹੈ, ਜਿਹੜਾ ਘੁਲਦਾ ਨਹੀਂ। ਤੁਸੀਂ ਪਲਾਸਟਿਕ ਦਾ ਟੁਕੜਾ ਕੋਈ ਪਾਣੀ 'ਚ ਪਾ ਦਿਓ, ਪਾਈ ਰੱਖੋ, ਹਿਲਾਈ ਜਾਓ ਜਿੰਨਾ ਮਰਜ਼ੀ, ਉਹ ਘੁਲੇਗਾ ਨਹੀਂ। ਸੋ ਜਿਹੜੀ ਚੀਜ਼ ਦਾ ਨਹੀਂ ਘੁਲਦੀ ਉਹਨੂੰ ਅਸੀਂ ਕਹਿੰਦੇ ਹਾਂ ਇਨਸੋਲਿਊਬਲ। ਸੋ ਪਲਾਸਟਿਕਸ ਆਰ ਇਨਸੋਲਿਊਬਲ ਇਨ ਵਾਟਰ। ਹੁਣ ਬੱਚਾ ਦੇਖੋ ਇਹ ਪਲਾਸਟਿਕ ਦੀਆਂ ਖੂਬੀਆਂ ਦੱਸ ਰਹੇ ਨੇ। ਪਹਿਲੀ ਖੂਬੀ ਦੱਸੀ ਸੀ ਕਿ ਇਟ ਕੈਨ ਬੀ ਈਜ਼ੀਲੀ ਮੋਲਡਡ, ਦੂਜੀ ਖੂਬੀ ਦੱਸੀ ਪੂਅਰ ਕੰਡਕਟਰਸ ਆਫ ਹੀਟ, ਤੀਜੀ ਖੂਬੀ ਦੱਸੀ ਪੂਅਰ ਕੰਡਕਟਰਸ ਆਫ ਇਲੈਕਟ੍ਰਿਸਿਟੀ। ਇਹ ਗੱਲਾਂ ਨੂੰ ਬੜੇ ਧਿਆਨ ਨਾਲ ਸਮਝੀ ਜਾਓ, ਇਹ ਤੁਹਾਡੇ ਲਈ ਜਨਰਲ ਨੌਲੇਜ ਲਈ ਬੜੀ ਵਧੀਆ ਹੈ। ਤੇ ਅਗਲੀ ਗੱਲ, ਪਲਾਸਟਿਕਸ ਆਰ ਇਨਸੋਲਿਊਬਲ ਇਨ ਵਾਟਰ ਐਂਡ ਆਰ ਦੇਅਰਫੋਰ, ਅਤੇ ਇਸ ਲਈ ਯੂਜ਼ ਵਰਤੇ ਜਾਂਦੇ ਨੇ ਫॉर ਮੇਕਿੰਗ ਬੋਟਲਸ। ਤਾਂ ਹੀ ਅਸੀਂ ਪਾਣੀ ਦੀ ਬੋਤਲਾਂ ਜਿਹੜੀ ਆਪਣੀ ਪਲਾਸਟਿਕ ਦੀਆਂ ਹੈਗੀਆਂ, ਜੇ ਉਹ ਪਲਾਸਟਿਕ ਘੁਲਣ ਲੱਗ ਜਾਏ ਤੇ ਫਿਰ ਉਹ 'ਚ ਅਸੀਂ ਪਾਣੀ ਰੱਖ ਹੀ ਨਹੀਂ ਸਕਦੇ। ਤੇ ਤੁਸੀਂ ਦੇਖੋ ਕਿੰਨੇ ਮਹੀਨਿਆਂ ਬੱਧੀ ਪਾਣੀ ਜਿਹੜਾ ਹੈ ਪਲਾਸਟਿਕ ਦੀ ਬੋਤਲ 'ਚ ਪਿਆ ਰਹਿੰਦਾ ਹੈ। ਬਕਟਸ, ਸਾਡੀ ਪਲਾਸਟਿਕ ਦੀ ਜਿਹੜੀਆਂ ਇਹ ਬਾਲਟੀਆਂ ਨੇ ਘਰਾਂ 'ਚ ਅਸੀਂ ਵਰਤਦੇ ਹਾਂ, ਉਹਨਾਂ 'ਚ ਪਾਣੀ ਪਿਆ ਰਹਿੰਦਾ ਕਿੰਨਾ ਚਿਰ, ਕੁਛ ਨਹੀਂ ਹੁੰਦਾ ਉਹਨੂੰ। ਐਂਡ ਅਦਰ ਕੰਟੇਨਰਸ, ਅਤੇ ਇਸੇ ਤਰ੍ਹਾਂ ਹੋਰ ਕਿਸਮ ਦੇ ਭਾਂਡੇ ਵੀ। ਪੇਂਟ ਬੜਾ ਸਾਰਾ ਆਉਂਦਾ ਹੈ, ਜਿਹੜਾ ਆਪਣੀਆਂ ਚੀਜ਼ਾਂ ਤੁਸੀਂ ਬਾਜ਼ਾਰ 'ਚ ਦੇਖਦੇ ਹੋ, ਜਿਹਨੂੰ ਅਸੀਂ ਤੇਲ ਹੁੰਦਾ ਹੈ ਉਹ ਪਲਾਸਟਿਕ ਦੀ ਚੀਜ਼ਾਂ 'ਚ ਆਉਂਦਾ ਹੈ, ਘੇ ਆਉਂਦਾ ਹੈ, ਹੋਰ ਤਰਲ ਪਦਾਰਥ ਬੜੇ ਸਾਰੇ ਨੇ ਜਿਹੜੇ ਕਿ ਪਲਾਸਟਿਕ ਦੇ ਡੱਬਿਆਂ ਵਿੱਚ ਹੁੰਦੇ ਨੇ। ਮੋਸਟ ਪਲਾਸਟਿਕਸ ਆਰ ਇਨਫਲੇਮੇਬਲ। ਹੁਣ ਅਗਲਾ ਗੁਣ ਕਿਹੜਾ ਆ ਗਿਆ, ਫਲੇਮੇਬਲ ਹੁੰਦਾ ਹੈ ਜਿਹਨੂੰ ਅੱਗ ਲੱਗ ਜਾਏ, ਇਨਫਲੇਮੇਬਲ ਜਿਹਨੂੰ ਅੱਗ ਨਾ ਲੱਗੇ। ਹੁਣ ਜਿਹਦਾ ਲੱਕੜ ਹੈ ਫਲੇਮੇਬਲ ਹੈਗੀ ਹੈ, ਮਿੱਟੀ ਦਾ ਤੇਲ ਫਲੇਮੇਬਲ ਹੈਗਾ, ਪਰ ਪਲਾਸਟਿਕ ਇਨਫਲੇਮੇਬਲ, ਇਹ 'ਚ ਊਰਜਾ ਨਹੀਂ ਹੈ, ਇਹਨੂੰ ਸਾੜ ਕੇ ਅਸੀਂ ਕੁਛ ਐਨਰਜੀ, ਹੀਟ ਐਨਰਜੀ ਨਹੀਂ ਪ੍ਰਾਪਤ ਕਰ ਸਕਦੇ। ਮੋਸਟ, ਜ਼ਿਆਦਾਤਰ, ਸਾਰੇ ਨਹੀਂ, ਮੋਸਟ ਪਲਾਸਟਿਕਸ ਆਰ ਇਨਫਲੇਮੇਬਲ, ਇਹ ਜਵਲਨਸ਼ੀਲ ਨਹੀਂ ਹੈਗੇ। ਹਾਊਐਵਰ, ਪਰ ਦੇ ਡੂ ਨਾਟ ਕੋਰੋਡ, ਇਹ ਖੁਰਦੇ ਨਹੀਂ ਹੈਗੇ। ਜਿੱਦਾਂ ਮੈਂ ਲੋਹਾ ਬਾਹਰ ਰੱਖ ਦੇਵਾਂ ਤੇ ਕੁਛ ਮਹੀਨਿਆਂ ਬਾਅਦ ਉਹ ਜੰਗ ਲੱਗ ਕੇ ਖੁਰ ਜਾਏਗਾ, ਤਾਂਬਾ ਵੀ ਇੱਦਾਂ ਖੁਰ ਜਾਂਦਾ ਹੌਲੀ ਹੌਲੀ, ਠੀਕ ਹੈ। ਸੋ ਦੇ ਡੂ ਨਾਟ ਕੋਰੋਡ, ਇਹ ਖੁਰਦਾ ਨਹੀਂ ਹੈਗਾ, ਔਰ ਰਸਟ, ਇਹਨੂੰ ਜੰਗ ਵੀ ਨਹੀਂ ਲੱਗਦਾ। ਐਂਡ ਸੋ ਆਰ ਮੋਸਟਲੀ ਯੂਜ਼ਡ ਇਨ ਹੋਮਸ ਐਂਡ ਲੈਬੋਰੇਟਰੀਜ਼। ਇਸੇ ਕਰਕੇ ਇਹਨਾਂ ਗੁਣਾਂ ਕਰਕੇ, ਕਿਉਂਕਿ ਖੁਰਦੇ ਨਹੀਂ, ਜੰਗ ਨਹੀਂ ਲੱਗਦਾ, ਇਹ ਘਰਾਂ ਵਿੱਚ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਵਰਤੇ ਜਾਂਦੇ ਹਨ। ਡਿਸਪਾਈਟ ਦੀ ਮੈਨੀ ਡਿਫਰੈਂਟ ਯੂਜ਼ਸ ਆਫ ਪਲਾਸਟਿਕਸ, ਕਹਿੰਦੇ ਪਲਾਸਟਿਕਾਂ ਦੇ ਜਿਹੜੇ ਭਾਂਤ ਦੇ ਬਹੁਤ ਸਾਰੇ ਗੁਣਾਂ ਦੇ ਬਾਵਜੂਦ, ਡਿਸਪਾਈਟ ਦਾ ਮਤਲਬ ਹੈ ਬਾਵਜੂਦ, ਦੇਅਰ ਆਰ ਇਨਵਾਇਰਮੈਂਟਲ ਐਂਡ ਹੈਲਥ ਹਜ਼ਰਡਸ, ਇਹਦੇ ਨਾਲ ਜੁੜੇ ਹੋਏ ਵਾਤਾਵਰਣ ਦੇ ਅਤੇ ਸਿਹਤ ਦੇ ਖਤਰੇ ਹਨ। ਮਤਲਬ ਕਿ ਅਸੀਂ ਇੰਨੇ ਫਾਇਦੇ ਦੇ ਗਿਣਾ ਦਿੱਤੇ,
ਵੀ ਪਲਾਸਟਿਕ ਨੂੰ ਮੋਲਡ ਕੀਤਾ ਜਾ ਸਕਦਾ ਹੈ, ਪੂਅਰ ਕੰਡਕਟਰ ਆਫ ਹੀਟ, ਫਿਰ ਕਹਿੰਦੇ ਅਸੀਂ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ, ਫਿਰ ਅਸੀਂ ਕਿਹਾ ਇਨਫਲੇਮੇਬਲ, ਫਿਰ ਅਸੀਂ ਕਿਹਾ ਇਨਸੋਲੂਬਲ। ਪਰ ਕਹਿੰਦੇ ਸਾਰੀਆਂ ਵਰਤੋਂ ਡੂ ਨਾਟ ਕੋਰੋਡ, ਡੂ ਨਾਟ ਰਸਟ, ਇਹਦੇ ਬਾਵਜੂਦ ਇਹਦੇ ਨਾਲ ਜੁੜੇ ਹੋਏ ਵਾਤਾਵਰਣ ਨੂੰ ਤੇ ਸਿਹਤ ਨੂੰ ਖਤਰੇ ਕਾਇਮ ਹਨ। ਐਸੋਸੀਏਟਡ ਵਿਦ ਦ ਡਿਸਪੋਜ਼ਲ, ਉਹ ਕਿਸ ਕਰਕੇ ਨੇ? ਡਿਸਪੋਜ਼ਲ ਹੁੰਦਾ ਨਿਪਟਾਰਾ, ਵੀ ਮੈਂ ਚੀਜ਼ ਵਰਤ ਲਈ, ਹੁਣ ਬੋਤਲ ਸਿੱਟਾਂ ਕਿੱਥੇ? ਮੈਂ ਲਿਫਾਫਾ ਵਰਤ ਲਿਆ, ਹੁਣ ਇਹਨੂੰ ਸਿੱਟਾਂ ਕਿੱਥੇ? ਡਿਸਪੋਜ਼ਲ ਦਾ ਮਤਲਬ ਹੁੰਦਾ ਨਿਪਟਾਰਾ ਕਰਨਾ, ਨਜਿੱਠਣਾ, ਉਹਨੂੰ ਡਿਸਕਾਰਡ ਕਰਨਾ, ਉਹਨੂੰ ਸੁੱਟਣਾ, ਉਹ ਤੋਂ ਹੁਣ ਖਹਿੜਾ ਛੁਡਾਉਣਾ। ਡਿਸਪੋਜ਼ਲ ਦਾ ਮਤਲਬ ਇਹ ਹੁੰਦਾ ਹੈ ਉਹਦੇ ਨਾਲ ਜਿਹੜਾ ਨਿਪਟੇ, ਜਿਹੜੀ ਜੁੜੀਆਂ ਗੱਲਾਂ ਹੈਗੀਆਂ এনवायरमेंटल ਦੀਆਂ, ਉਹ ਸਮੱਸਿਆਵਾਂ ਹੈਗੀਆਂ। ਦਿਸ ਇਜ਼ ਬਿਕੋਜ਼ ਹੈ ਕਿਉਂ ਇਹ ਪਲਾਸਟਿਕਸ ਆਰ ਨॉन ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਬੱਚਿਓ ਉਹ ਹੁੰਦਾ ਹੈ ਉਹ ਚੀਜ਼ ਜਿਹਨੂੰ ਜਿਹੜੇ ਬੈਕਟੀਰੀਆ ਹੁੰਦੇ ਨੇ, ਨਿੱਕੇ ਨਿੱਕੇ ਮਾਈਕਰੋਸਕੋਪਿਕ ਜਿਹੜੇ ਜੀਵਾਣੂ ਨੇ, ਉਹ ਤੋੜ ਕੇ ਉਹਨੂੰ ਬਿਲਕੁਲ ਟੋਟੇ ਟੋਟੇ ਚੂਰ ਭੂਰ ਕਰ ਦਿੰਦੇ ਨੇ, ਤੇ ਉਹ ਜਿਹੜੀ ਚੀਜ਼ ਮਿੱਟੀ 'ਚੋਂ ਪੈਦਾ ਹੋਈ ਹੁੰਦੀ ਮਿੱਟੀ 'ਚ ਹੀ ਰਲ ਜਾਂਦੀ। ਜਿੱਦਾਂ ਤੁਸੀਂ ਕੇਲੇ ਦਾ ਛਿਲਕਾ ਰੱਖ ਦਿਓ ਬਾਹਰ, ਕੁਛ ਨਾ ਕਰੋ ਉਹਨੂੰ, ਉਹ ਸੁੱਕ ਕੇ ਉਹ ਮਿੱਟੀ 'ਚ ਹੀ ਰਲ ਜਾਏਗਾ ਤੇ ਉਹ ਢੇਰ ਬਣ ਜਾਏਗਾ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਸੇਬ ਦੇ ਛਿਲਕੇ, ਪੱਤੀ, ਖਾਣ ਪੀਣ ਦੀਆਂ ਚੀਜ਼ਾਂ, ਸਾਰੀਆਂ ਸਬਜ਼ੀਆਂ, ਦਾਲਾਂ ਤੁਸੀਂ ਉੱਦਾਂ ਹੀ ਭਾਵੇਂ ਛੱਡ ਦਿਓ, ਉਹ ਥੋੜ੍ਹੀ ਦੇਰ ਲਈ ਭਾਵੇਂ ਤੁਹਾਨੂੰ ਮੁਸ਼ਕ ਆਏਗਾ, ਮੱਖੀਆਂ ਆਉਣਗੀਆਂ, ਪਰ ਉਹ ਚੀਜ਼ ਹੌਲੀ ਹੌਲੀ ਜਿਹੜੇ ਕੀੜੇ ਕਾਡੇ ਜੀਵ ਜੰਤੂ ਜਿਹੜੇ ਨੇ ਖਾ ਕੇ ਤੋੜ ਕੇ ਉਹਨੂੰ, ਕਿਉਂਕਿ ਦਾਲਾਂ ਮਿੱਟੀ 'ਚੋਂ ਨਿਕਲੀਆਂ, ਸਬਜ਼ੀਆਂ ਮਿੱਟੀ 'ਚੋਂ ਨਿਕਲੀਆਂ, ਉਹ ਬਾਇਓਡੀਗ੍ਰੇਡ ਹੋ ਕੇ ਬੈਕਟੀਰੀਆ ਵੱਲੋਂ ਤੋੜੇ ਜਾਣ ਤੇ ਕਰਕੇ ਉਹ ਮਿੱਟੀ ਦਾ ਹਿੱਸੇ ਬਣ ਜਾਣਗੀਆਂ। ਪਰ ਪਲਾਸਟਿਕ ਇੱਦਾਂ ਨਹੀਂ ਹੈ, ਪਲਾਸਟਿਕ ਨੂੰ ਬਾਹਰ ਸਿੱਟ ਦਿਓ ਉੱਦਾਂ ਹੀ ਕਾਇਮ ਰਹਿੰਦਾ ਹੈ, ਉਹਨੂੰ ਕੋਈ ਵੀ ਬੈਕਟੀਰੀਆ ਨਹੀਂ ਖਾਂਦਾ, ਕੋਈ ਜੀਵ ਜੰਤੂ ਨਹੀਂ ਖਾਂਦਾ। ਤੇ ਪਲਾਸਟਿਕ ਜਿਹੜੇ ਤੱਤਾਂ ਤੋਂ ਬਣਿਆ ਹੈ ਮੁੜ ਕੇ ਉਹਨਾਂ ਤੱਤਾਂ ਵਿੱਚ ਤਬਦੀਲ ਨਹੀਂ ਹੁੰਦਾ, ਤੇ ਮੁੜ ਕੇ ਜਿਹੜੇ ਕੁਦਰਤ 'ਚੋਂ ਤੱਤ ਲੈ ਕੇ ਬਣਾਏ ਗਏ ਨੇ ਆ ਪਲਾਸਟਿਕ, ਉਹ ਮੁੜ ਕੇ ਉੱਥੇ ਨਹੀਂ ਜਾਂਦਾ, ਬਾਇਓਡੀਗ੍ਰੇਡੇਬਲ ਨਹੀਂ ਹੈਗਾ। ਇਹਨੂੰ ਕੋਈ ਬੈਕਟੀਰੀਆ, ਕੋਈ ਵਾਇਰਸ, ਕੋਈ ਜਾਨਵਰ ਇਹਨੂੰ ਨਹੀਂ ਖਾਂਦਾ, ਇਹਨੂੰ ਨਹੀਂ ਤੋੜ ਸਕਦਾ, ਇਹਨੂੰ ਹਜਮ ਨਹੀਂ ਕਰ ਸਕਦਾ। ਕਹਿੰਦੇ ਐਕੂਮੂਲੇਸ਼ਨ, ਐਕੂਮੂਲੇਸ਼ਨ ਹੁੰਦਾ ਭੰਡਾਰਨ, ਢੇਰ ਲੱਗਣਾ, ਢੇਰ ਦੇ ਢੇਰ ਹੁਣ ਬਣੀ ਜਾ ਰਹੇ ਨੇ, ਨਵੇਂ ਲੈਪਟਾਪ ਆ ਰਹੇ ਨੇ, ਨਵੇਂ ਮੋਬਾਈਲ ਆ ਰਹੇ ਨੇ, ਪੁਰਾਣੇ ਮੋਬਾਈਲ ਪਲਾਸਟਿਕ ਦੇ, ਪੁਰਾਣੇ ਲੈਪਟਾਪ, ਪੁਰਾਣੇ ਕੰਪਿਊਟਰ, ਪੁਰਾਣੀਆਂ ਬੋਤਲਾਂ, ਪੁਰਾਣੇ ਡੱਬੇ, ਢੇਰਾਂ ਦੇ ਢੇਰ ਟਣਾ ਬੱਧੀ ਪੂਰੀ ਦੁਨੀਆ 'ਚ ਇਕੱਠਾ ਹੋਈ ਜਾ ਰਿਹਾ ਤੇ ਸਮਝ ਨਹੀਂ ਆ ਰਿਹਾ ਇਹਦਾ ਕੀ ਕੀਤਾ ਜਾਵੇ। ਸੋ ਕਹਿੰਦੇ ਐਕੂਮੂਲੇਸ਼ਨ ਆਫ ਪਲਾਸਟਿਕਸ ਇਜ਼ ਕੰਸੀਡਰਡ ਅ ਸੀਰੀਅਸ ਪ੍ਰੋਬਲਮ, ਮਤਲਬ ਕਿ ਇਹ ਜਿਹੜਾ ਭੰਡਾਰ, ਜਿਹੜਾ ਕਬਾੜ ਜਿਹੜਾ ਹੈ ਪਲਾਸਟਿਕ ਦਾ ਇਕੱਠਾ ਹੋਈ ਜਾ ਰਿਹਾ ਟਣਾ ਬੱਧੀ ਪੂਰੀ ਦੁਨੀਆ 'ਚ, ਇਹ ਇੱਕ ਸੀਰੀਅਸ, ਬੜੀ ਗੰਭੀਰ ਪ੍ਰੋਬਲਮ, ਸਮੱਸਿਆ ਹੈ। ਬਿਕੋਜ਼ ਕਿਉਂਕਿ ਮੋਸਟ ਆਫ ਦੀ ਮੈਥਡਸ ਯੂਜ਼ ਟੂ ਡਿਸਪੋਜ਼ them ਆਫ, ਡਿਸਪੋਜ਼ ਮੈਨੇ ਨਿਪਟਾਣ ਦੇ, ਮੋਸਟ ਆਫ ਦਾ ਮੈਥਡਸ, ਜ਼ਿਆਦਾਤਰ ਅਪਣਾਏ ਜਾਂਦੀਆਂ ਵਿਧੀਆਂ, ਤਰੀਕੇ ਇਹਨਾਂ ਨੂੰ ਨਿਪਟਾਣ ਦੇ ਜਿਹੜੇ ਹੈਗੇ ਨੇ, ਰਿਜ਼ਲਟ ਇਨ ਸਮ ਟਾਈਪ ਆਫ ਡੈਮੇਜ ਟੂ ਦੀ এনवायरमेंट, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਹੜਾ ਮਰਜ਼ੀ ਤਰੀਕਾ ਲੈ ਲਓ, ਹੁਣ ਸਮਝਾਉਂਦੇ ਨੇ, ਕਹਿੰਦੇ ਪਲਾਸਟਿਕਸ ਡੰਪਡ ਇਨ ਵਾਟਰ, ਡੰਪ ਮੈਨੇ ਸੁੱਟਣਾ, ਜਿਹੜੇ ਪਲਾਸਟਿਕਸ ਨੂੰ ਪਾਣੀ 'ਚ ਸੁੱਟਿਆ ਦਿੱਤਾ ਜਾਵੇ। ਅਸੀਂ ਬੰਦੇ ਕਈ ਵਾਰ ਛੱਪੜਾਂ 'ਚ ਸਿੱਟ ਦਿੰਦੇ ਹਾਂ, ਨਦੀਆਂ ਨਹਿਰਾਂ 'ਚ ਸਿੱਟ ਦਿੰਦੇ ਹਾਂ, ਸਮੁੰਦਰਾਂ 'ਚ ਸਿੱਟ ਦਿੰਦੇ ਹਾਂ। ਕਹਿੰਦੇ ਪਲਾਸਟਿਕਸ ਡੰਪਡ ਇਨ ਵਾਟਰ ਬੋਡੀਜ਼, ਵਾਟਰ ਬੋਡੀਜ਼ ਕਿਹੜੀਆਂ ਹੋ ਗਈਆਂ? ਨਦੀਆਂ, ਪੌਂਡ, ਤਲਾਅ ਹੋ ਗਏ, ਛੱਪੜ ਹੋ ਗਏ, ਨਾਲੇ ਹੋ ਗਏ। ਪੋਜ਼ ਅ ਥ੍ਰੈਟ, ਪੋਜ਼ ਅ ਥ੍ਰੈਟ ਮੈਨੇ ਇੱਕ ਖਤਰਾ ਕਾਇਮ ਕਰਦੇ ਹਨ ਟੂ ਐਕੁਐਟਿਕ ਲਾਈਫ। ਹੁਣ ਬੱਚੋ ਐਕੁਐਟਿਕ ਕੀ ਹੈਗਾ? ਐਕੁਐਟਿਕ ਲਾਈਫ ਦਾ ਮਤਲਬ ਹੁੰਦਾ ਹੈ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ, ਇਹ ਯਾਦ ਕਰ ਲਓ, ਐਕੁਐਟਿਕ ਲਾਈਫ। ਐਕੁਐਟਿਕ ਤੇ ਹੈਗਾ ਐਡਜੈਕਟਿਵ, ਵਿਸ਼ੇਸ਼ਣ ਪਾਣੀ ਨਾਲ ਜੁੜਿਆ ਹੋਇਆ, ਤੇ ਲਾਈਫ ਮੈਨੇ ਜ਼ਿੰਦਗੀ। ਸੋ ਐਕੁਐਟਿਕ ਲਾਈਫ ਦਾ ਮਤਲਬ ਹੈ ਪਾਣੀ ਵਿੱਚ ਵਸਦੀ ਜ਼ਿੰਦਗੀ। ਇਹ ਸਾਂਝਾ ਇੱਕ ਫਰੇਜ਼ ਹੈਗਾ, ਪਾਣੀ ਵਿੱਚ ਵਸਦੀ ਜ਼ਿੰਦਗੀ ਦਾ ਮਤਲਬ ਹੈ ਪਾਣੀ ਵਿੱਚ ਰਹਿੰਦੇ ਸਾਰੇ ਜੀਵ ਜੰਤੂ, ਉਹਨਾਂ ਨੂੰ ਕਿਹਾ ਗਿਆ। ਸੋ ਕਹਿੰਦੇ ਜਿਹੜੇ ਪਲਾਸਟਿਕ ਪਾਣੀ ਵਿੱਚ ਸਿੱਟੇ ਜਾਂਦੇ ਨੇ, ਇਹ ਪਾਣੀ ਵਿੱਚ ਰਹਿੰਦੇ ਜੀਵ ਜੰਤੂਆਂ ਲਈ ਖਤਰਾ ਕਾਇਮ ਕਰਦੇ ਨੇ, ਕਿਉਂਕਿ ਮੱਛੀਆਂ ਖਾ ਲੈਂਦੀਆਂ ਭੁਲੇਖੇ ਵਿੱਚ, ਜਾਨਵਰ ਖਾ ਲੈਂਦੇ ਨੇ, ਤੇ ਫਿਰ ਇਹਨਾਂ ਵਿੱਚੋਂ ਬਰੀਕ ਬਰੀਕ ਬਹੁਤ ਛੋਟੀ ਮਾਤਰਾ ਵਿੱਚੋਂ ਕੈਮੀਕਲ ਬਾਹਰ ਸਿਮ ਕੇ ਪਾਣੀ ਵਿੱਚ ਆਉਂਦੇ ਰਹਿੰਦੇ ਨੇ, ਜਿਹਦੇ ਕਰਕੇ ਵੀ ਉਹ ਜਾਨਵਰ ਜਿਹੜੇ ਨੇ ਮਰ ਜਾਂਦੇ ਨੇ। ਸੋ ਬੜੀਆਂ ਮੱਛੀਆਂ, ਹਜ਼ਾਰੋਂ, ਤੁਸੀਂ ਜਿਹੜਾ ਨੈੱਟ ਤੇ ਜਾ ਕੇ ਦੇਖੋ ਕਿ ਹਜ਼ਰਡਸ ਆਫ ਪਲਾਸਟਿਕਸ ਟੂ ਐਕੁਐਟਿਕ ਲਾਈਫ, ਤੇ ਤੁਹਾਨੂੰ ਬੜਾ ਡਿਟੇਲ ਮਿਲੇਗਾ ਕਿ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਪਾਣੀ, ਸਮੁੰਦਰਾਂ 'ਚ ਰਹਿਣ ਵਾਲੇ ਜਾਨਵਰ ਪਲਾਸਟਿਕ ਕਰਕੇ ਮਰ ਜਾਂਦੇ ਨੇ। ਕਹਿੰਦੇ ਪਲਾਸਟਿਕਸ ਦੈਟ ਗੈਟ ਬਰੀਡ, ਤੇ ਉਹ ਪਲਾਸਟਿਕ ਜਿਹੜੇ ਦੱਬ ਦਿੱਤੇ ਜਾਂਦੇ ਨੇ, ਕਈ ਵਾਰ ਜ਼ਮੀਨ 'ਚ ਦੱਬੇ ਜਾਂਦੇ ਨੇ, ਉਹਦੇ ਸਿੱਟ ਦਿੱਤਾ, ਹਨੇਰੀ ਆਈ, ਕੋਈ ਟੋਏ 'ਚ ਆ ਗਿਆ, ਉੱਤੋਂ ਮਿੱਟੀ ਪੈ ਗਈ, ਦੱਬਿਆ ਗਿਆ। ਉਹ ਕੀ ਕਰਦੇ ਨੇ? ਦੇ ਪ੍ਰੀਵੈਂਟ ਰੇਨ ਵਾਟਰ ਫਰੋਮ ਸੀਪਿੰਗ ਇਨਟੂ ਦੀ ਗਰਾਊਂਡ। ਉਹ ਫਿਰ ਕੀ ਕਰਦੇ ਨੇ? ਥੱਲੇ ਤਹਿ ਬਣ ਜਾਂਦੀ ਹੈ, ਜਿਹੜੇ ਮੀਂਹ ਦਾ ਪਾਣੀ ਆਉਂਦਾ ਉੱਥੇ ਖੜਾ ਰਹਿੰਦਾ ਹੈ, ਤੇ ਉਹ ਇੱਕ ਕਿਸਮ ਦਾ ਅੜਿੱਕਾ ਬਣ ਜਾਂਦਾ ਹੈ ਪਲਾਸਟਿਕ। ਉਹ ਪਾਣੀ ਉੱਤੇ ਇਕੱਠਾ ਹੋਇਆ ਰਹਿੰਦਾ ਹੈ,
ਤੇ ਜਿਹੜਾ ਪਾਣੀ ਸਿਮ ਕੇ ਥੱਲੇ ਗਰਾਊਂਡ ਵਾਟਰ ਵਿੱਚ ਜਾ ਸਕਦਾ ਸੀਗਾ ਉਹ ਜਾਣ ਤੋਂ ਰੁਕ ਜਾਂਦਾ ਹੈ। ਦੇ ਪ੍ਰੀਵੈਂਟ ਰੇਨ ਵਾਟਰ ਫਰੋਮ ਸੀਪਿੰਗ। ਸੀਪਿੰਗ ਮੈਨੇ ਛਣ ਕੇ ਜਾਣਾ, ਸੀਪ ਹੋ ਕੇ ਜਾਣਾ, ਮਤਲਬ ਕਿ ਜਿਹੜੇ ਨਿੱਕੇ ਨਿੱਕੇ ਮਹੀਨ ਜਿਹੜੇ ਰੋਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਗਰਾਊਂਡ ਵਿੱਚ ਜਾਣਾ, ਉਹ ਤੋਂ ਜਾਣ ਤੋਂ ਰੋਕ ਦਿੰਦਾ ਹੈ। ਦਿਸ ਅਫੈਕਟਸ ਦੀ ਗਰੋਥ ਆਫ ਪਲਾਂਟਸ। ਤੇ ਇਹ ਜਿਹੜੀ ਗੱਲ ਹੈਗੀ ਹੈ, ਇਹ ਜਿਹੜੇ ਬੂਟੇ ਨੇ ਉਹਨਾਂ ਦੇ ਵਾਧੇ ਵਿੱਚ ਬੜਾ ਅਸਰ ਪੈਂਦਾ ਹੈ, ਕਿਉਂਕਿ ਜ਼ਮੀਨ ਚੋਂ ਬੂਟਿਆਂ ਨੇ ਜ਼ਮੀਨ ਚੋਂ ਪਾਣੀ ਲੈਣਾ ਉਹਦੀ ਜੜ੍ਹਾਂ ਰਾਹੀਂ। ਵੈਨ ਪਲਾਸਟਿਕਸ ਆਰ ਬਰਨਡ, ਤੇ ਜਦੋਂ ਪਲਾਸਟਿਕ ਨੂੰ ਸਾੜ ਦਿੱਤਾ ਜਾਂਦਾ ਹੈ, ਦੇ ਪ੍ਰੋਡਿਊਸ ਟੌਕਸਿਕ ਗੈਸਿਜ਼ ਐਂਡ ਸਮੋਕ। ਉਹ ਫਿਰ ਟੌਕਸਿਕ ਬਣੇ ਜ਼ਹਿਰੀਲੀਆਂ ਗੈਸਾਂ ਅਤੇ ਧੂੰਆਂ ਪੈਦਾ ਕਰਦੇ ਨੇ। ਹੁਣ ਬੱਚਿਓ ਮੈਂ ਦੇਖਦਾ ਪਿੰਡਾਂ ਵਿੱਚ ਚੁੱਲ੍ਹੇ 'ਚ ਕਈ ਬੀਬੀਆਂ ਕੀ ਕਰਦੀਆਂ, ਜਿਹੜੇ ਪਲਾਸਟਿਕ ਦੇ ਲਿਫਾਫੇ ਹੁੰਦੇ ਨੇ, ਪਲਾਸਟਿਕ ਦੇ ਬੈਗ ਹੁੰਦੇ ਨੇ, ਪਲਾਸਟਿਕ ਦੀਆਂ ਪੈਕਿੰਗ ਹੁੰਦੀਆਂ, ਉਹ ਚੁੱਲ੍ਹੇ 'ਚ ਬਾਲਦੀਆਂ ਨੇ, ਕੋਲ ਬੈਠੀਆਂ ਹੁੰਦੀਆਂ। ਮੈਂ ਬੜਾ ਮਨਾ ਕਰਦਾ ਪਰ ਉਹ ਹਟਦੇ ਨਹੀਂ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਜਦੋਂ ਪਲਾਸਟਿਕ ਸੜਦਾ ਹੈ ਉਹ 'ਚੋਂ ਜਿਹੜਾ ਧੂੰਆਂ ਨਿਕਲਦਾ ਬੱਚਿਓ ਬੜਾ ਹੀ ਜ਼ਹਿਰੀਲਾ ਹੁੰਦਾ ਹੈ, ਤੇ ਅਸੀਂ ਸਾਹ ਤੇ ਲੈ ਹੀ ਰਹਿੰਦੇ ਹਾਂ। ਅਸੀਂ ਸਾਹ ਰੋਕ ਕੇ ਥੋੜ੍ਹੀ ਵਾਲਾ ਕੰਮ ਕਰਦੇ ਹਾਂ, ਜਿਹੜੇ ਸਾਹ ਲੈਂਦੇ ਹਾਂ ਨੱਕ ਰਾਹੀਂ ਤੇ ਮੂੰਹ ਰਾਹੀਂ, ਅੱਖਾਂ ਵਿੱਚ ਵੀ, ਉਹ ਸਾਡਾ ਜਿਹੜਾ ਜ਼ਹਿਰੀਲਾ ਗੈਸ ਹੈ ਸਾਡੇ ਅੰਦਰ ਜਾਂਦੀ ਹੈ ਤੇ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਨੁਕਸਾਨ ਇੱਕੋ ਦਮ ਯਕਦਮ ਨਹੀਂ ਹੋਏਗਾ ਵੀ ਅੱਜ ਮੈਂ ਧੂੰਆਂ ਸੁੰਘ ਲਿਆ ਤੇ ਕੱਲ ਮੈਂ ਬਿਮਾਰ ਹੋ ਜਾਵਾਂਗਾ, ਨਹੀਂ। ਜਦੋਂ ਮੈਂ ਨਿਰੰਤਰ ਇੱਦਾਂ ਇਹ ਕਰਦਾ ਰਹਾਂਗਾ ਕਿਰਿਆ, ਤੇ ਸਾਲਾਂ ਬੱਧੀ 8 ਸਾਲ ਵਿੱਚ, 10 ਸਾਲ ਵਿੱਚ, 12 ਸਾਲ ਵਿੱਚ ਹੋ ਸਕਦਾ ਮੈਨੂੰ ਅਸਥਮਾ ਹੋ ਜਾਏ, ਮੇਰੇ ਫੇਫੜੇ ਕਮਜ਼ੋਰ ਹੋ ਜਾਣ, ਖਰਾਬ ਹੋ ਜਾਣ, ਠੀਕ ਹੈ, ਇੱਦਾਂ ਹੋਏਗਾ। ਹੈਂਸ ਰਿਡਿਊਸਿੰਗ ਦੀ ਯੂਸੇਜ, ਹੈਂਸ ਮੈਨੇ ਇਸ ਕਰਕੇ, ਰਿਡਿਊਸਿੰਗ ਮੈਨੇ ਘਟਾਉਣਾ, ਯੂਸੇਜ ਮੈਨੇ ਵਰਤੋਂ ਆਫ ਪਲਾਸਟਿਕਸ, ਅਰਥਾਤ ਇਸ ਕਰਕੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ, ਐਂਡ ਰੀਸਾਈਕਲਿੰਗ, ਅਤੇ ਮੁੜ ਵਰਤੋਂ ਕਰਨੀ, ਅਰਥਾਤ ਇਹਨੂੰ ਉਸ ਥਾਂ ਤੇ ਪਹੁੰਚਾਓ ਜਿੱਥੇ ਇਸ ਪਲਾਸਟਿਕ ਨੂੰ ਢਾਲ ਕੇ ਮੁੜ ਕੇ ਨਵੀਆਂ ਚੀਜ਼ਾਂ ਬਣਾਈਆਂ ਜਾਣ, ਬਜਾਏ ਇਸ ਦੀ ਕਿ ਨਵੇਂ ਪਲਾਸਟਿਕ ਬਣਾਏ ਜਾਣ। ਸੋ ਮੁੜ ਵਰਤੋਂ, ਰੀਸਾਈਕਲਿੰਗ ਪਲਾਸਟਿਕ ਆਬਜੈਕਟਸ, ਜਿਹੜੇ ਪਲਾਸਟਿਕ ਦੇ ਸਮਾਨ ਹੈਗੇ ਨੇ ਉਹਨਾਂ ਨੂੰ ਇੱਕ ਪਾਸੇ ਲਾਂਭੇ ਰੱਖੋ। ਕੋਸ਼ਿਸ਼ ਕਰੋ, ਜਿੱਦਾਂ ਮੈਂ ਬੱਚਿਓ ਕੀ ਕਰਦਾ, ਮੈਂ ਪਲਾਸਟਿਕ ਦੇ ਲਿਫਾਫੇ ਘਰ 'ਚ ਸਾਂਭ ਕੇ ਰੱਖਦਾ, ਤੇ ਜਿੱਲੇ ਮੈਂ ਗਰੋਸਰੀ ਬਾਹਰ ਲੈਣ ਜਾਂਦਾ, ਸਬਜ਼ੀਆਂ ਦਾਲਾਂ, ਤੇ ਮੈਂ ਉਹੀ ਲਿਫਾਫੇ ਵਾਪਸ ਲੈ ਜਾਂਦਾ ਝੋਲੇ 'ਚ ਪਾ ਕੇ, ਤੇ ਮੈਂ ਕਹਿੰਦਾ ਵੀ ਮੈਨੂੰ ਆਪਣਾ ਨਵਾਂ ਲਿਫਾਫਾ ਨਾ ਦੇ, ਤੇ ਜਿਹੜੇ ਲਿਫਾਫੇ ਮੈਂ ਘਰ 'ਚ ਰੱਖੇ ਹੁੰਦੇ ਮੈਂ ਉਹਨਾਂ 'ਚ ਹੀ ਪਵਾ ਕੇ ਲੈ ਜਾਂਦਾ। ਤੇ ਮੈਂ ਉਹਦੇ ਕੱਪੜੇ ਦੇ ਝੋਲੇ ਵੀ ਬਣਾ ਕੇ ਰੱਖੇ ਹੋਏ ਨੇ ਘਰ, ਤੇ ਜਦੋਂ ਵੀ ਮੈਂ ਸਮਾਨ ਲੈਣ ਜਾਂਦਾ ਤੇ ਮੈਂ ਉਹ ਘਰੋਂ ਦੀ 3-4 ਝੋਲੇ ਲੈ ਕੇ ਜਾਂਦਾ, ਤੇ ਜਿੱਥੇ ਮੈਨੂੰ ਲੋੜ ਹੋਵੇ ਵੀ ਉਹ ਮੈਂ ਫਿਰ ਉਹਨੂੰ ਦੁਕਾਨਦਾਰ ਨੂੰ ਕਹਿੰਦਾ ਮੈਨੂੰ ਤੂੰ ਲਿਫਾਫੇ 'ਚ ਪਾ ਕੇ ਨਾ ਦੇ, ਮੈਂ ਝੋਲੇ ਲੈ ਕੇ ਆਇਆ, ਮੈਨੂੰ ਇਹ 'ਚ ਪਾ ਦੇ। ਇੱਕ ਤਰੀਕਾ ਦੇ ਵਿੱਚ ਹੈਗਾ। ਤੇ ਫਿਰ ਦੂਜੀ ਗੱਲ ਹੈ, ਜਿੱਦਾਂ ਇੱਕ ਡੱਬਾ ਲੈਣ ਦਾ, ਅਸੀਂ ਜਿੱਦਾਂ ਦੇਸੀ ਘੀ ਲਿਆਂਦਾ, ਇੱਕ ਵਾਰ ਡੱਬਾ ਰੱਖ ਲਿਆ ਪਲਾਸਟਿਕ ਦਾ, ਠੀਕ ਹੈ, ਹੁਣ ਦੇਸੀ ਘੀ ਅਸੀਂ ਖੁੱਲ੍ਹਾ ਲਿਆਈਦਾ, ਠੀਕ ਹੈ, ਉਹ ਫਿਰ ਲਿਆ ਕੇ ਅਸੀਂ ਉਹ 'ਚ ਟ੍ਰਾਂਸਫਰ ਕਰ ਲਈਦਾ ਹੈਗਾ। ਸੋ ਬੜੇ ਸਾਰੇ ਦਾ ਢੰਗ ਨੇ, ਤੁਸੀਂ ਸੋਚੋ ਆਪਣੇ ਦਿਮਾਗ 'ਚ ਵੀ ਕਿਸ ਤਰ੍ਹਾਂ ਅਸੀਂ ਇਹਦੀ ਵਰਤੋਂ ਜਿਹੜੀ ਹੈ ਘਟਾ ਸਕਦੇ ਹਾਂ ਤੇ ਰੀਸਾਈਕਲ ਕਰ ਸਕਦੇ ਹਾਂ। ਤੇ ਜਿਹੜੇ ਡੱਬੇ ਨੇ ਉਹਨਾਂ ਨੂੰ ਫਿਰ ਅਸੀਂ ਕੀ ਕਰਦੇ ਹਾਂ, ਉਹ ਕੱਟ ਕੇ ਉਹਨਾਂ ਨੂੰ ਉਹਦੇ ਲਈ ਕੋਈ ਸਮਾਨ ਰੱਖਣ ਲਈ ਵਰਤ ਲਈਦਾ, ਕੁਛ ਡੱਬਿਆਂ ਨੂੰ ਸਾਫ਼ ਕਰਕੇ, ਤੇ ਕੁਛ ਡੱਬਿਆਂ ਨੂੰ ਕੱਟ ਕੇ ਅਸੀਂ ਬੂਟੇ ਬਾਟੇ ਲਾ ਲਈਦੇ ਨੇ, ਉਹ ਸਿੱਟੀ ਦੇ ਨਹੀਂ ਹੈਗੇ ਫਿਰ। ਤੇ ਕੋਸ਼ਿਸ਼ ਇਹ ਕਰੀਦੀ ਹੈ ਕਿ ਪਲਾਸਟਿਕ ਦਾ ਸਮਾਨ ਘੱਟ ਤੋਂ ਘੱਟ ਅਸੀਂ ਘਰ ਵਿੱਚ ਲਿਆਈਏ। ਐਂਡ ਯੂਜ਼ਿੰਗ ਬਾਇਓਡੀਗ੍ਰੇਡੇਬਲ ਇਨਵਾਇਰਨਮੈਂਟਲ ਫਰੈਂਡਲੀ ਪਲਾਸਟਿਕਸ ਇਜ਼ ਦਾ ਓਨਲੀ ਸੋਲੂਸ਼ਨ। ਵੀ ਹੁਣ ਇੱਦਾਂ ਦੀ ਟੈਕਨੀਕ ਆ ਗਈ ਹੈ, ਸਾਇੰਸਦਾਨ ਕਰਦੇ ਪਏ ਨੇ, ਔਰ ਉਹ ਥੋੜ੍ਹਾ ਮਹਿੰਗੀ ਪੈਂਦੀ ਹੈ। ਬਾਇਓਡੀਗ੍ਰੇਡੇਬਲ ਉਹ ਪਲਾਸਟਿਕ ਇੱਕ ਕਿਸਮ ਦਾ ਬਣ ਗਿਆ ਜਿਹਨੂੰ ਬੈਕਟੀਰੀਆ ਖਾ ਜਾਂਦਾ ਹੈ ਤੇ ਉਹਨੂੰ ਤੋੜ ਸਕਦਾ ਹੈ ਤੇ ਮੁੜ ਕੇ ਮਿੱਟੀ ਚਲਾ ਜਾਂਦਾ ਹੈ। ਐਨਵਾਇਰਨਮੈਂਟਲ ਫਰੈਂਡਲੀ ਜੋ ਵਾਤਾਵਰਨ ਦੇ ਦੋਸਤ ਹਨ, ਅਰਥਾਤ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਨਹੀਂ ਹੈਗੇ, ਇਸ ਦੀ ਓਨਲੀ ਸੋਲੂਸ਼ਨ। ਇਹੋ ਜਿਹੇ ਅਰਥਾਤ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ, ਪਲਾਸਟਿਕ ਦੇ ਵਰਤੋਂ ਨੂੰ ਮੁੜ ਵਰਤਣਾ, ਰੀਸਾਈਕਲ ਕਰਨਾ ਅਤੇ ਬਾਇਓਡੀਗ੍ਰੇਡੇਬਲ ਤੇ ਇਨਵਾਇਰਨਮੈਂਟਲ ਫਰੈਂਡਲੀ ਪਲਾਸਟਿਕ ਨੂੰ ਵਰਤਣਾ ਹੀ ਇੱਕੋ ਇੱਕ ਹੱਲ ਹੈ ਇਸ ਸਮੱਸਿਆ ਦਾ, ਠੀਕ ਹੈ। ਆਓ ਹੁਣ ਕਰੀਏ ਇਹਨਾਂ ਦੇ ਸਵਾਲ। The other name of plastics is called polymers। बड़ा स्पष्ट है, ਅਸੀਂ ਪਹਿਲੇ ਪੜ੍ਹ ਲਿਆ, ਸਿੰਟੈਕਸ, ਓਜ਼ੋਨ, ਆਇਰਨ ਤੇ ਕਿਤੇ ਵੀ ਇਹਦਾ ਜ਼ਿਕਰ ਹੀ ਨਹੀਂ ਆਇਆ, ਪੋਲੀਮਰਸ ਹੈਗਾ। Plastics are also poor conductors of heat। poor conductor of heat ਵੀ ਹੈ, poor conductor of electricity ਵੀ ਹੈ, ਜਨਰਲ ਨੌਲੇਜ ਵੀ ਹੈ, ਯਾਦ ਰੱਖਣਾ ਇਹਨਾਂ ਨੂੰ। Plastics are an important class of synthetics। ਮਤਲਬ ਬਨਾਵਟੀ ਚੀਜ਼ਾਂ ਦੀ ਇੱਕ ਇੰਪੋਰਟੈਂਟ ਕਲਾਸ ਹੈ ਸਿੰਥੈਟਿਕਸ। ਫਿਰ hazards ਮਤਲਬ ਹੁੰਦਾ ਖਤਰੇ। is this antonym of benefits। antonym ਹੁੰਦਾ ਵਿਰੋਧੀ ਅਰਥ ਵਾਲਾ ਸ਼ਬਦ, benefits ਹੁੰਦਾ ਫਾਇਦੇ ਤੇ hazards ਹੁੰਦਾ ਨੁਕਸਾਨ, ਖਤਰੇ। ਸੋ hazards is the antonym of benefits। ਇੱਥੇ ਦੇਖ ਲਓ, ਇਹ ਸਾਫ਼ ਪਤਾ ਲੱਗਦਾ ਇੱਥੋਂ ਦੀ, ਠੀਕ ਹੈ। ਅੱਗੇ ਚਲੀਏ। to keep the environment free of hazards, ਖਤਰਿਆਂ ਤੋਂ ਮੁਕਤ ਰੱਖਣਾ, we should use biodegradable environment friendly plastics। ਸਾਨੂੰ ਬਾਇਓਡੀਗ੍ਰੇਡੇਬਲ ਤੇ ਇਨਵਾਇਰਨਮੈਂਟ ਦੇ ਦੋਸਤ ਵਾਲੇ ਜਿਹੜੇ ਪਲਾਸਟਿਕ ਨੇ, ਅਰਥਾਤ ਇਨਵਾਇਰਨਮੈਂਟ ਦੇ, ਵਾਤਾਵਰਨ ਦੇ ਜੇ ਹਿਤੈਸ਼ੀ ਜਿਹੜੇ ਪਲਾਸਟਿਕ ਨੇ ਉਹ ਵਰਤਣੇ ਚਾਹੀਦੇ ਨੇ। ਸੋ ਹਜ਼ਰਡਸ ਆਏਗਾ ਇੱਥੇ, ਠੀਕ ਹੈ।
Plastics are used for making containers to be used in microwave because they are poor conductors of heat. तो माइक्रोवेव से हीट होंदी है, सो ए poor conductor of heat ने इसी करके है माइक्रोवेव च यूज किए जाते हैं प्लास्टिक दे। फिर आ गया when plastics are burnt, ਜਦੋਂ ਸਾੜੇ ਜਾਂਦੇ ਨੇ they produce toxic gases and smoke, ਜ਼ਹਿਰੀਲੀਆਂ ਗੈਸਾਂ ਅਤੇ ਧੂਆਂ ਪੈਦਾ ਕਰਦੇ ਹਨ। फिर एक्वेटिक तो दसे ना एक्वेटिक लाइफ रेफर्स टू लिविंग बीइंग्स मैंने जीव जंतु इन वाटर। तुहानूं मैं पैराग्राफ जिले रीड किया उसले चंगी तरह समझा दिता है। एक्वेटिक का मतलब है रिलेटेड टू वाटर, ठीक है। सो एक्वेटिक लाइफ मतलब हो गया लिविंग बीइंग्स इन वाटर। विच स्टेटमेंट इज फॉल्स अकॉर्डिंग टू द पैसेज, पैराग्राफ के अनुसार केड़ा कथन जिहड़ा है गलत है। प्लास्टिक डू नॉट रस्ट ओवर अ पीरियड ऑफ टाइम, मैं तो ठीक है। प्लास्टिक जिहड़े ने समय दे नाल जंग नहीं लगता। प्लास्टिक स्पोज हैल्थ हैजर्ड्स, सेहत लई खतरा ने, यह भी गल ठीक है। प्लास्टिक कैन बी मोल्डेड इनटू डिफरेंट शेप्स, प्लास्टिक नूं अलग अलग आकारां विच ते नापां विच ढालिया जा सकदा है, यह भी गल सही है। सो प्लास्टिक्स आर गुड कंडक्टर्स ऑफ हीट, यह फॉल्स है बिकॉज प्लास्टिक्स आर पुअर कंडक्टर्स, गुड कंडक्टर्स नहीं, दे आर पुअर कंडक्टर्स ऑफ हीट। सो यह स्टेटमेंट फॉल्स। फिर what should be done to save environment from plastic accumulation and disposal, प्लास्टिक का भंडार ते प्लास्टिक नूं निपटाण दी जी समस्या है, मतलब कि ਉਹਦੇ ਨਾਲ जुड़ी हुई जिहड़ा एनवायरनमेंट का नुकसान है ਉਹਦਾ किवें बचाव किया जाए। सो रिड्यूसिंग यूज ऑफ प्लास्टिक्स, यह गल सही है, प्लास्टिक की वरतों घटाई जाए। रीसाइकलिंग प्लास्टिक ऑब्जेक्ट्स, यह भी गल सही है, प्लास्टिक नूं मुड़ वरतों किया जाए, उन्होंने रीसाइकल किया जाए। यूजिंग बायोडिग्रेडेबल प्लास्टिक, यह भी गल सही है। सो तीनों गल्लां सही हो गई। सो चौथा आ जाएगा ऑल दी अबव, सारियां गल्लां। सो तीनों गल्लां नूं अपना के असी वातावरण नूं बचा सकते हाँ। सो प्यारे विद्यार्थियों, ऐसी तुहाडा पैराग्राफ नंबर 6। सो तुसीं इसी तरह नेम दे नाल, मेहनत दे नाल, अनुशासन नाल अपनी पढ़ाई करी चलो ते अगले वीडियो तक लई गुड बाय। तुहाडा सारिआं दा बहुत बहुत धन्नवाद। रब राखा। थैंक यू वेरी मच।